गावो सच्ची बाणी, गावो सच्ची बाणी। आवो सिख सतगुर के प्यारे, गावो सच्ची बाणी, गावो सच्ची बाणी। चढ़दी कला तेरे भाणे, ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ। ਪ੍ਰਗਟ ਗੁਰਾਂ ਕੀ जो प्रभु को मिलवो चाह, खोज शब्द में राज करेगा खालसा। आकी रह न को ख्वार हुए सब मिलेंगे, बचे शरण जो राज करेगा खालसा। आकी रह न को ख्वार हुए सब मिलेंगे, बचे शरण जो बोले सो निहाल। सत श्री अकाल। वाहिगुरु जी का खालसा, वाहिगुरु जी की फतेह। सतनाम वाहिगुरु साहिब जी। सुख टलगर से भी है, अहनस सहज सुभाए। दर्शन परसै गुरु का, जन्म मरण दुख जाय। सतनाम वाहिगुरु साहिब जी। सूरठ महला पंजवा। गुरपूरा चरणी लाया, हर संग सहाई पाया। जह जाइए तहाँ सुहेले, कर कृपा प्रभ मेले। गुरपूरा चरणी लाया, हर संग सहाई पाया। जह जाइए तहाँ सुहेले, कर कृपा प्रभ मेले। हर गुण गावो सदा सुभाई, मन चिंदे सगले फल पावहा। जी कै संग सहाई, नारायण प्राण उधारा।
ਹਮ ਸੰਤ ਜਨਾ ਰੇ ਨਾਰਾ ਪਤਿਤ ਪਨੀਤ ਕਰ ਲੀਨੈ ਕਰ ਕਿਰਪਾ ਹਰ ਜਸ ਦੀਨੈ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਇਆ ਬਹੁੜ ਨਾ ਜੋਨੀ ਪਾਈਆ ਜਸ ਦੇਵ ਪੁਰਖ ਵਿਦਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੇਵ ਪੁਰਖ ਵਿਦਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡੇ ਭਾਗ ਨੇ ਸਤਿਗੁਰਾਂ ਦੀ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਖੰਨੇ ਵਾਲੇ, ਆਪ ਸੰਗਤਾਂ ਨੂੰ ਸਾਈਵਾਰ ਦੇ ਕੀਰਤਨ ਨਾਲ ਜੋੜ ਰਹੇ ਸਨ, ਬਹੁਤ ਬਹੁਤ ਧੰਨਵਾਦ ਹੈ। ਸੋ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਤਖਤ ਤੇ ਪ੍ਰਕਾਸ਼ ਰੂਪ ਹੋ ਕੇ ਹੁਕਮ ਦੇ ਰੂਪ ਵਿੱਚ ਸ਼ਬਦ ਦੀ ਬਖਸ਼ਿਸ਼ ਕੀਤੀ ਹੈ, ਅਰਦਾਸ ਉਪਰੰਤ ਉਸ ਦੇ ਪਾਠ ਆਪ ਜੀਆਂ ਨੇ ਸਰਵਣ ਕੀਤੇ ਨੇ। ਇਹਦੀ ਕਥਾ ਵਿਆਖਿਆ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਹੋਰਾਂ ਪਾਸੋਂ ਸਰਵਣ ਕਰਦੇ ਹਾਂ। ਸਰਬੱਤ ਸੰਗਤਾਂ ਨੂੰ ਜੀਓ ਆਇਆ। ਆਓ ਗੁਰਬਾਣੀ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਰਤੇ ਸਈ ਜੇ ਮੁਖ ਨਾ ਮੁੜਨ, ਜਿਨੇ ਸਿਹਤਾ ਸਾਈ। ਝਾੜ ਝਾੜ ਪਵੰਦੇ ਕੱਚੇ ਬਿਰਹੀ, ਜਿਨਾ ਕਾਰ ਨਾ ਆਈ। ਧਣੀ ਵਿਹੂਣਾ ਪਾਟ ਪਟੰਬਰ, ਭਾਈ ਸੇਤੀ ਜਾਲੇ। ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸ਼ਹ ਨਾਲੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾ ਵਿਸਾਹ।
परम सन्मानयोग जुगो जुग अटल चवर छतर ਸਿੰਘਾਸਨ ਦੇ ਮਾਲਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਬੈਠੇ ਅਤੇ ਚੈਨਲ ਮੀਡੀਏ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਘਰਾਂ ਵਿੱਚ ਬੈਠ ਕੇ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸਚਿਆਰਿਆਂ ਬਣਾਉਣ ਲਈ ਉਦਮ ਉਪਰਾਲੇ ਕਰ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ, ਮੁਬਾਰਕ ਮੁੱਖ ਵਾਕ ਦੇ ਪਾਠ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਸੰਗਤਾਂ ਨੇ ਅਦਬ ਸਹਿਤ ਸਰਵਣ ਕੀਤੇ ਹਨ। ਅੱਜ ਦਾ ਪਾਵਨ ਮੁੱਖ ਵਾਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਸੋਰਠ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਕ 623 ਤੇ ਸੁਭਾਇਮਾਨ ਹੈ। गुरु अर्जन साहब महाराज सच्चे पातशाह जी की बख्शिश रहमत नेमत पावन मुखवाक दे राही साडे जीवन ते करदे ने। गुरमत विचारां दी आरंभता करन तो पहलां गुरु घर दी मर्यादा नूं बहाल करदिआं अमृत के दाते धन गुरु गोबिंद सिंह साहब महाराज सच्चे पातशाह जी वल्लों बख्शिश कीती हुई पावन मुबारक फतह नाल सांझ बनाइए कोई भी रसना वांझी ना रहे। अदब सत्कार सहित गुरु चरना विच सीस झुकाउंदिआं निमरता सहित गुर फतेह प्रवानो आखो जी वाहिगुरू जी का खालसा वाहिगुरू जी की फतेह। इस पावन शब्द दे कुल 4 बंद ने। मुबारक मुखवाक दे रहाओ दे बंद विच बख्शिश करदिआं साहब ने फरमाया है, हर गुण गावो सदा सुभाई मन चिंदे सगले फल पावो जी कै संग सहाई। पातशाह जी बख्शिश करते ने कि हे भाई अकाल पुरख वाहिगुरू परमेश्वर दे गुणां नूं प्रेम सहित गाउण दी कोशिश गाउण दा यतन सानू हर वेले करना चाहिदा है। पावन बाणी नूं पढ़दिआं जदों असीं इह पढ़दे ते हजूर कहणगे कीरत प्रभ की गाओ मेरी रसना अनेक बार कर बंधन संतन उहा चरण गोबिंद जी के बसना। गुणां नूं गाउण दी गल करदिआं हजूर सच्चे पातशाह महाराज बाणी च कहंदे ने रसना गुण गोपाल निध गायण शांत सहज रहस मन उपजियो सगले दुख पलाया। सोहला साहब की बाणी नूं पढ़दे उत्थे महाराज कहंदे ने जै कर कीरता कीए करतेका होए विचारो तित कर गावो सोहेला सिवरियो सिरजनहारो तुम गावो मेरे निर्भव का सोहेला हम वारी जित सोहेलै सदा सुख होए। पहला यतन पहली कोशिश जिहड़ी असीं गाउण दी करदे हां जुबान दे पੱਧਰ ਦੇ ਉੱਤੇ उस बाबत सतगुरु सच्चे पातशाह महाराज की बाणी नूं जे असीं पुछीए महाराज परमेश्वर के गुण असीं क्यों गाउने ने कि अकाल पुरख वाहिगुरू दे गुणां नूं गाउण दा भाव इह है कि परमेश्वर नूं इस गल दी भुख होवे लिलक होवे कि कोई मेरे गुण गावे। बाणी दे विच बार बार परमेश्वर दे गुण गाओ परमेश्वर दी सिफत करो उहदा कीर्तन करो उहदी सिफतो सलाह करो ये बचन बड़ी बार पढ़दे हां असीं क्यों
ਕਿ ਪਰਮੇਸ਼ਰ ਦੇ ਅੰਦਰ ਵਡਿਆਈ ਦੀ ਭੁੱਖ ਹੈ। ਸਾਡੇ ਅੰਦਰ ਇਹ ਭੁੱਖ ਹੋ ਸਕਦੀ ਕਿਉਂਕਿ ਅਸੀਂ ਮਨੁੱਖ ਹਾਂ। ਅਸੀਂ ਸਵਾਰਥ ਨਾਲ ਤੇ ਵਾਸ਼ਨਾਵਾਂ ਨਾਲ ਭਰੇ ਹਾਂ ਤੇ ਸਾਡੇ ਅੰਦਰ ਹਰ ਵੇਲੇ ਲਿਲਕ ਰਹਿੰਦੀ ਹੈ ਕਿ ਕੋਈ ਮੈਨੂੰ ਚੰਗਾ ਆਖੇ, ਕੋਈ ਮੈਨੂੰ ਭਲਾ ਕਹੇ, ਕੋਈ ਮੇਰੀ ਵਡਿਆਈ ਤੇ ਮੇਰੀ ਸ਼ੋਭਾ ਕਰੇ। ਪਰ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ ਤੇ ਬਾਣੀ ਨੇ ਆਪ ਆਖਿਆ ਹੈ ਕਿ ਵੱਡਾ ਦਾਤਾ ਤਿਲ ਨਾ ਤਮਾਏ। ਤਮਾਏ ਦਾ ਮਤਲਬ ਹੈ ਲਾਲਚ। ਉਹਨੂੰ ਤਿਲ ਜਿੰਨਾ ਵੀ ਲਾਲਚ ਨਹੀਂ ਵੀ ਕੋਈ ਉਹਨੂੰ ਚੰਗਾ। ਈਵਨ ਤੁਸੀਂ ਇੱਥੋਂ ਤੱਕ ਵੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ 1430 ਅੰਕਾਂ ਦੇ ਵਿੱਚ ਇੱਕ ਵੀ ਸ਼ਬਦ ਅੱਖਰ ਐਸਾ ਨਹੀਂ ਜਿੱਥੇ ਹਜ਼ੂਰ ਨੇ ਆਖਿਆ ਹੋਵੇ ਮੈਨੂੰ ਗੁਰੂ ਆਖੋ, ਮੈਨੂੰ ਵੱਡਾ ਆਖੋ, ਮੈਨੂੰ ਸਲਾਹੋ। ਕਿਧਰੇ ਵੀ ਇਹ ਵਚਨ ਸਾਨੂੰ ਪੜ੍ਹਨ ਵਾਸਤੇ ਨਹੀਂ ਮਿਲਦਾ, ਇੱਕ ਵੀ ਥਾਂ ਤੇ ਨਹੀਂ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਤੇ ਸਗੋਂ ਸਾਨੂੰ ਇਹ ਪ੍ਰੇਰਨਾ ਆਪਣੀ ਪਾਵਨ ਬਾਣੀ 'ਚ ਦਿੰਦੇ ਨੇ ਕਿ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ। ਆਪਣੇ ਆਪੇ ਨੂੰ ਸਵਾਰਨਾ। ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਭ੍ਰਮ ਕੀ ਕਾਈ। ਫਿਰ ਅਗਲਾ ਸਵਾਲ ਪੈਦਾ ਵੀ ਜੇ ਪਰਮੇਸ਼ਰ ਨੂੰ ਭੁੱਖ ਹੀ ਨਹੀਂ, ਉਹਦੇ ਅੰਦਰ ਕੋਈ ਲਿਲਕ ਨਹੀਂ, ਕੋਈ ਲਾਲਚ ਨਹੀਂ ਉਹਨੂੰ ਆਪਣੀ ਵਡਿਆਈ ਦਾ, ਤੇ ਫਿਰ ਅਸੀਂ ਪਰਮੇਸ਼ਰ ਦੇ ਗੁਣ ਕਿਉਂ ਗਾਉਣੇ ਨੇ? ਤੇ ਉੱਥੇ ਗਰੀਬ ਨਵਾਜ ਪਾਤਸ਼ਾਹ ਫਿਰ ਸਾਨੂੰ ਸਮਝਾਉਂਦਿਆਂ ਕਹਿੰਦੇ ਨੇ, ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣੇ। ਇਹਨੂੰ ਕਹਿੰਦੇ ਨੇ ਨਾਮ ਜਪਣਾ। ਨਾਮ ਜਪਣ ਦਾ ਮਤਲਬ ਕੀ ਹੈ? ਉਹਦੀ ਹੋਂਦ ਨਾਲ ਜੁੜ ਜਾਣਾ। ਨਾਮ ਦਾ ਮਤਲਬ ਹੋਂਦ ਹੁੰਦਾ। ਜਿਵੇਂ ਮੇਰਾ ਨਾਮ ਮੇਰੀ ਆਇਡੈਂਟੀਟੀ ਹੈ, ਮੇਰੀ ਪਛਾਣ ਹੈ। ਤੁਹਾਡਾ ਨਾਮ ਤੁਹਾਡੀ ਪਛਾਣ ਦੱਸਦਾ। ਕਿਸੇ ਥਰਡ ਪਰਸਨ ਦਾ ਨਾਮ ਉਹਦੀ ਪਛਾਣ ਦਾ ਕੇਂਦਰ ਬਿੰਦੂ ਹੈ ਵੀ ਇਸ ਬੰਦੇ ਦੀ ਆਇਡੈਂਟੀਟੀ ਕੀ, ਪਛਾਣ ਕੀ। ਜਦੋਂ ਅਸੀਂ ਬਾਣੀ ਚੋਂ ਸ਼ਬਦ ਪੜ੍ਹਦੇ ਹਾਂ ਜਿੱਥੇ ਹਜ਼ੂਰ ਨੇ ਆਖਿਆ ਜਪ ਮਨ ਸਤਨਾਮ ਸਦਾ, ਉੱਥੇ ਸਤਨਾਮ ਦਾ ਮਤਲਬ ਇਹ ਨਹੀਂ ਵੀ ਸਤਨਾਮ ਕਹਿ ਕੇ ਰੱਬ ਨੂੰ ਚੇਤੇ ਕਰਨਾ ਜਿਵੇਂ ਅਸੀਂ ਸਤਨਾਮ ਸਤਨਾਮ ਕਹਿੰਦੇ ਹਾਂ। ਉੱਥੇ ਸਤਨਾਮ ਦਾ ਭਾਵ ਹੈ ਸੱਚੇ ਦੀ ਹੋਂਦ। ਸਤ ਦਾ ਭਾਵ ਕੀ ਹੈ? ਸੱਚ। ਤੇ ਸੱਚ ਕੌਣ ਹੈ? ਇਹ ਸੱਚ ਸਭਨਾ ਕਾ ਖਸਮ ਹੈ। ਸੱਚ ਹੈ ਖਸਮ। ਤੇ ਸੱਚ ਦਾ ਨਾਮ ਕੀ ਹੈ? ਉਹਦੀ ਆਇਡੈਂਟੀਟੀ, ਉਹਦੀ ਪਛਾਣ, ਉਹਦੀ ਹੋਂਦ ਕਿ ਅਕਾਲ ਪੁਰਖ ਵਾਹਿਗੁਰੂ ਕਣ ਕਣ ਵਿੱਚ, ਜਰਰੇ ਜਰਰੇ ਵਿੱਚ ਵਿਆਪਕ ਹੈ। ਇਹਨੂੰ ਮਹਾਰਾਜ ਕਹਿਣਗੇ ਵੀ ਜਪਣ ਦਾ ਮਤਲਬ ਹੈ ਦ੍ਰਿੜ ਕਰਨਾ, ਸੱਚ ਦਾ ਮਤਲਬ ਹੈ ਖਸਮ, ਤੇ ਨਾਮ ਦਾ ਮਤਲਬ ਹੈ ਉਹਦੀ ਹੋਂਦ। ਸੱਚੇ ਦੀ ਹੋਂਦ ਦਾ ਅਹਿਸਾਸ ਕਰ ਤੇ ਮੰਨ ਇਸ ਗੱਲ ਨੂੰ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆਂ। ਰੱਬ ਕਿੱਥੇ ਹੈ? ਜੀਆਂ ਦੇ ਵਿੱਚ। ਫਰੀਦਾ ਖਾਲਕ ਖਲਕ ਮੈਂ। ਹੋਂਦ ਅਹਿਸਾਸ ਕਰ ਇਸ ਗੱਲ ਦਾ। ਮੰਨ ਇਸ ਗੱਲ ਨੂੰ ਵੀ ਪਰਮੇਸ਼ਰ ਜਿਹੜਾ ਨਾ ਉਹ ਘਟ ਘਟ ਦੇ ਵਿੱਚ ਵਿਆਪਕ ਹੈ। ਜਿਸ ਦਿਨ ਤੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਤੂੰ ਸੱਚੇ ਦੀ ਹੋਂਦ ਨਾਲ ਜੁੜ ਗਿਆ, ਸਮਝ ਨਹੀਂ ਵੀ ਤੂੰ ਅੱਜ ਉਹਦੇ ਗੁਣ ਜ਼ੁਬਾਨ ਤੋਂ ਨਹੀਂ ਜੀ ਤੋਂ ਗਾ ਰਿਹਾ। ਹਰ ਗੁਣ ਗਾਵੋ ਸਦਾ ਸੁਪਾਈ। ਉਹਦੇ ਨਾਲ ਜੁੜ ਜਾਣਾ। ਪਰਮੇਸ਼ਰ ਜਿਹੜਾ ਨਾ, ਪਰਮੇਸ਼ਰ ਆਪਣੀ ਬਣਾਈ ਕੁਦਰਤ ਤੋਂ ਵੱਖਰਾ ਨਹੀਂ ਹੈਗਾ। ਉਹ ਸਾਡੇ ਅੰਦਰ ਹੀ ਹੈ। ਅਸੀਂ ਜਦੋਂ ਭਗਤ ਪੀਪਾ ਜੀ ਦਾ ਇਹ ਸ਼ਬਦ ਪੜ੍ਹਦੇ, ਵੇਖੋ ਕਿੰਨੇ ਬਾਕਮਾਲ ਸ਼ਬਦ ਉਹਨਾਂ ਨੇ ਵਰਤੇ, ਜਿੱਥੇ ਉਹ ਕਹਿੰਦੇ ਨੇ ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੇ। ਹੁਣ ਇਹਦੇ ਤਿੰਨ ਵਿਸ਼ਰਾਮ ਨੇ। ਪਹਿਲਾ ਹੈ ਜੋ ਬ੍ਰਹਮੰਡੇ, ਫਿਰ ਅਗਲਾ ਵਿਸ਼ਰਾਮ ਹੈ ਸੋਈ ਪਿੰਡੇ, ਤੇ ਤੀਜਾ ਵਿਸ਼ਰਾਮ ਹੈ ਜੋ ਖੋਜੈ ਸੋ ਪਾਵੇ। ਹੁਣ ਉਹ ਜਿਹੜਾ ਪਹਿਲਾ ਸ਼ਬਦ ਹੈ ਨਾ, ਉਹਦੇ ਵਿੱਚ ਭੇਤ ਵੇਖੋ। ਜਿਹਨੂੰ ਅਸੀਂ ਬੜੇ ਲਹਿਜੇ ਵਿੱਚ, ਸਹਿਜੇ ਲਹਿਜੇ ਵਿੱਚ ਕਹਿ ਦਿੰਦੇ ਹਾਂ ਬ੍ਰਹਮੰਡ, ਉਹਨੂੰ ਭਗਤ ਪੀਪਾ ਜੀ ਨੇ ਆਖਿਆ ਜੋ ਬ੍ਰਹਮੰਡੇ। ਇਹਨੂੰ ਸੰਧੀ ਵਿਛੇਦ ਕਰੋ, ਬ੍ਰਹਮ ਤੇ ਅੰਡੇ। ਬ੍ਰਹਮ ਤੇ ਅੰਡੇ ਯਾਨੀ ਕਿ ਬ੍ਰਹਮ ਦੇ ਜੀਵ। ਅੰਡੇ, ਅੰਡੇ ਦੀ ਅੰਡਾ ਕਿਹਨੂੰ ਕਹਿੰਦੇ ਨੇ? ਅੰਡਾ ਇੱਕ ਕਿਰਤ ਹੈ, ਉਪਜ ਹੈ, ਤੇ ਸੰਸਾਰ ਵੀ ਤੇ ਇੱਕ ਉਪਜ ਹੀ ਹੈ ਨਾ, ਕਰਤੇ ਦੀ। ਬ੍ਰਹਮ ਦੀ ਉਪਜ ਨੂੰ ਹੀ ਉਹਨਾਂ ਨੇ ਅੰਡਾ ਆਖਿਆ ਵੀ ਬ੍ਰਹਮ ਤੇ ਬ੍ਰਹਮ ਦਾ ਅੰਡ, ਯਾਨੀ ਕਿ ਇਹ ਸੰਸਾਰ, ਕੁਦਰਤ। ਜਿਵੇਂ ਅਸੀਂ ਉਹ ਛੋਟੇ ਹੁੰਦਿਆਂ ਕਹਾਵਤ ਸੁਣਦੇ ਸੀ ਨਾ, ਮੁਰਗੀ ਪਹਿਲਾਂ ਆਈ ਕਿ ਅੰਡਾ ਪਹਿਲਾਂ ਆਇਆ। ਤੁਸੀਂ ਇਸ ਭੇਤ ਨੂੰ ਸਮਝੋ ਗੁਰਬਾਣੀ ਦੇ ਵਿੱਚ। ਠੀਕ ਹੈ ਮੁਰਗੀ ਅੰਡਾ ਦਿੰਦੀ ਹੈ, ਪਰ ਹਰ ਅੰਡੇ ਦੇ ਵਿੱਚ ਮੁਰਗੀ ਆਪ ਬੈਠੀ ਹੋਈ। ਕਰਤੇ ਨੇ ਸੰਸਾਰ ਬਣਾਇਆ, ਪਰ ਸੰਸਾਰ ਨੂੰ ਬਣਾ ਕੇ ਉਹਨੇ ਇਹਨੂੰ ਕਿਸੇ ਦੇ ਹਾਲਾਤਾਂ ਉੱਤੇ ਨਹੀਂ ਛੱਡਿਆ। ਕਰਤਾ ਸੰਸਾਰ ਵਿੱਚ ਆਪ ਵਸਿਆ ਹੋਇਆ, ਕੁਦਰਤ ਕਰਕੇ ਵਸਿਆ ਸੋਏ, ਇਹਦੇ ਵਿੱਚ ਬੈਠਾ ਹੋਇਆ।
ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਘਰ ਆਸਨ ਡਿਠੋ ਚਾਓ। ਉਹ ਇਹਦੇ ਵਿੱਚ ਬਹਿ ਕੇ ਵੇਖ, ਇਹ ਮੂਲ ਮੰਤਰ ਦੇ ਦੋ ਸ਼ਬਦ ਕਰਤਾ ਤੇ ਪੁਰਖ। ਕਰਤੇ ਦਾ ਮਤਲਬ ਹੈ ਸਾਜਣ ਵਾਲਾ, ਤੇ ਪੁਰਖ ਦਾ ਮਤਲਬ ਹੈ ਜਿਹੜਾ ਉਹਦੇ ਵਿੱਚ ਸਮਾਇਆ ਹੋਵੇ, ਉਹਨੂੰ ਪੁਰਖ ਕਹਿੰਦੇ ਨੇ। ਬ੍ਰਹਮ ਨੇ ਸੰਸਾਰ ਬਣਾਇਆ ਵੀ ਹੈ ਤੇ ਉਹ ਆਪਣੀ ਕਿਰਤ ਵਿੱਚ ਬੈਠਾ ਵੀ ਹੋਇਆ। ਭਗਤ ਜੀ ਕਹਿਣਗੇ ਜੋ ਖੋਜੇ ਸੋ ਪਾਵੇ, ਪੀਪਾ ਪ੍ਰਣਵੇਂ ਪਰਮ ਤਤ ਹੈ ਸਤਿਗੁਰ ਹੋਏ ਲਿਖਾਵੇ। ਪਰਮੇਸ਼ਰ ਨੂੰ ਅੰਦਰੋਂ ਮਹਿਸੂਸ ਕਰਨਾ, ਜਦੋਂ ਅਸੀਂ ਉਹਦੇ ਨਾਲ ਅੰਦਰੋਂ ਜੁੜ ਜਾਂਦੇ ਆ ਨਾ, ਫੇਰ ਸਾਡਾ ਗਾਵਿਆ, ਫੇਰ ਸਾਡਾ ਬੋਲਿਆ, ਫੇਰ ਸਾਡਾ ਸੁਣਿਆ ਥਾਂ ਪੈਂਦਾ। ਤੇ ਜੇ ਅਸੀਂ ਬਹਿ ਕੇ ਵਿਖਾਵੇ ਦੇ ਤੌਰ ਤੇ ਸਾਰਾ ਕੁਝ ਕਰਦੇ ਹਾਂ, ਉਹਦੇ ਨਾਲ ਨਾ ਸਾਡੇ ਜੀਵਨ ਨੂੰ ਕੋਈ ਲਾਭ ਹੈ, ਨਾ ਸਮਾਜ ਨੂੰ ਕੋਈ ਲਾਭ ਹੋਏਗਾ। ਇਹਨੂੰ ਗਾਉਣਾ ਕਹਿੰਦੇ ਨੇ। ਇਹਦੀ ਪਰਿਭਾਸ਼ਾ ਹੀ ਗੁਰਬਾਣੀ ਨੇ ਸਾਨੂੰ ਦੇ ਕੇ ਸਮਝਾਇਆ ਵੀ ਗਾਉਣ ਦਾ ਮਤਲਬ ਪਤਾ ਕੀ ਹੈ? ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਨ। ਯਾਨੀ ਕਿ ਜੀ ਤੋਂ ਮੈਂ ਮੰਨਦਾ ਤੇ ਤਾਂ ਹੀ ਆ ਨਾ, ਜੇ ਮੈਂ ਮਨ ਕਰਕੇ ਸਹਿਮਤ ਹਾਂ ਤੇ ਜੇ ਮੈਂ ਸਹਿਮਤ ਹੀ ਨਹੀਂ ਉਸ ਗੱਲ ਨਾਲ ਤੇ ਮੈਂ ਮੰਨਾਂ ਵੀ ਕਿਉਂ? ਜੇ ਮੈਂ ਉਹ ਕੰਮ ਪ੍ਰੈਕਟੀਕਲੀ ਕਰ ਰਿਹਾ, ਇਹਦਾ ਮਤਲਬ ਮੈਂ ਐਗਰੀ ਹਾਂ, ਮੈਂ ਤਾਂ ਹੀ ਕਰ ਰਿਹਾ। ਹੋਰ ਵੇਖੋ, ਬਾਬਾ ਕਬੀਰ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਹਾਂ, ਜਿੱਥੇ ਉਹ ਸ਼ੁਰੂਆਤ ਵਿੱਚ ਕਹਿਣਗੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ ਜੋ ਸਹਿਜ ਨਾ। ਵੀ ਉਸ ਗਾਉਣ ਦਾ, ਪੜ੍ਹਨ ਦਾ, ਸੁਣਨ ਦਾ ਕੀ ਲਾਭ ਜੇ ਜੀਵਨ 'ਚ ਮੋੜਾ ਹੀ ਨਹੀਂ ਆਇਆ। ਫਿਰ ਅੱਗੇ ਜਾ ਕੇ ਅਖੀਰ ਵਿੱਚ ਉਹ ਕਹਿਣਗੇ ਕਹੋ ਕਬੀਰ ਜਨ ਜਾਣਿਆ ਤੋ ਮਨ ਮਾਨਿਆ। ਯਾਨੀ ਕਿ ਹੁਣ ਮੈਂ ਸਹਿਮਤ ਹਾਂ, ਹੁਣ ਮੈਂ ਪਹਿਲਾਂ ਮੈਂ ਫਾਰਮੈਲਿਟੀ ਕਰ ਰਿਹਾ ਸੀ, ਹੁਣ ਮੈਂ ਜੀ ਤੋਂ ਗਾ ਰਿਹਾ। ਹੁਣ ਮੈਂ ਵਿਖਾਵੇ ਕਰਕੇ ਨਹੀਂ ਕਰਦਾ, ਹੁਣ ਮੈਂ ਮਨ ਕਰਕੇ ਕਰਦਾ। ਜਦੋਂ ਅਸੀਂ ਜੀ ਤੋਂ ਪਰਮੇਸ਼ਰ ਦੇ ਗੁਣ ਗਾਉਂਦੇ ਆ ਨਾ, ਇਹਦਾ ਮਤਲਬ ਹੈ ਅਸੀਂ ਹੁਣ ਪਰਮੇਸ਼ਰ ਦੀ ਸਿਫਤੋ ਸਲਾਹ ਜਿਹੜੀ ਕਰ ਰਹੇ ਹਾਂ, ਇਹ ਸਾਡੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਵ ਲੈ ਕੇ ਆਏ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਜਿਸ ਵੇਲੇ ਆਖਿਆ ਨਾ, ਕਹਿਣ ਲੱਗੇ ਮਹਾਰਾਜ ਇੰਨੇ ਜਪ ਤਪ ਕਰਦਾ, ਇੰਨੇ ਧਰਮ ਦੇ ਕਰਮ ਕਰਦਾ, ਪਰ ਮੇਰਾ ਮਨ ਨਹੀਂ ਟਿਕਦਾ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਘਟ ਘਟ ਕੇ ਜਾਣ ਸਨ। ਹਜ਼ੂਰ ਨੇ ਆਖਿਆ ਪੀਰ ਜੀ ਤੁਸੀਂ ਬੜੀ ਅਦਬ ਤੇ ਸਤਿਕਾਰਯੋਗ ਸ਼ਖਸੀਅਤ ਹੋ, ਪਰ ਬੇਨਤੀ ਇਹ ਹੈ ਤੁਸੀਂ ਜਿੰਨੇ ਵੀ ਕਰਮ ਕੀਤੇ ਨੇ ਨਾ, ਸਰੀਰ ਨੂੰ ਸ਼ਾਂਤ ਕਰਨ ਦੇ ਕੀਤੇ ਨੇ, ਮਨ ਨੂੰ ਸ਼ਾਂਤ ਕਰਨ ਦਾ ਕੋਈ ਕੰਮ ਨਹੀਂ ਕੀਤਾ। ਮਨ ਇਸੇ ਕਰਕੇ ਸ਼ਾਂਤ ਨਹੀਂ। ਤੁਸੀਂ ਦਰਖਤਾਂ ਨਾਲ ਪੁੱਠੇ ਲਟਕ ਜਾਂਦੇ ਹੋ, ਜਲ ਧਾਰੇ ਕਰਦੇ ਹੋ, ਵਰਤ ਰੱਖਦੇ ਹੋ, ਚਲੀਏ ਕਰ, ਇਹ ਸਾਰਾ ਕੁਝ ਕਰਦੇ ਹੋ, ਪਰ ਮਨ ਦਾ ਇਹਨਾਂ ਚੀਜ਼ਾਂ ਨਾਲ ਕੋਈ ਸੰਬੰਧ ਨਹੀਂ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਤੁਸੀਂ ਵਰਮੀ ਨੂੰ ਮਾਰ ਕੇ ਸੱਪ ਮਾਰਨਾ ਚਾਹੁੰਦੇ ਜੀ, ਸਰੀਰ ਨੂੰ ਕਸ਼ਟ ਦੇ ਕੇ ਤੇ ਮਨ ਕਾਬੂ ਕਰਨਾ ਚਾਹੁੰਦੇ ਜੇ। ਮਨ ਤੇ ਕੋਈ ਅਸਰ ਨਹੀਂ ਹੈਗਾ ਇਹਨਾਂ ਬਾਹਰੀ ਕਰਮਾਂ ਦਾ। ਮਹਾਰਾਜ ਕੋਈ ਹੱਲ? ਤੇ ਹਜ਼ੂਰ ਨੇ ਬਾਬਾ ਕਬੀਰ ਸਾਹਿਬ ਦੀ ਬਾਣੀ ਦਾ ਸ਼ਬਦ ਪੜ੍ਹ ਕੇ ਸੁਣਾਇਆ। ਆਖਿਆ ਮਨ ਸਮਝਾਵਨ ਕਾਰਨੇ ਕਛੁਕ ਪੜ੍ਹੀਏ ਗਿਆਨ। ਆਖਿਆ ਸਾਡੇ ਵੱਡੇ ਵਡੇਰਿਆਂ ਨੇ ਆਖਿਆ ਮਨ ਨੂੰ ਸਮਝਾਉਣ ਦੇ ਲਈ ਗਿਆਨ ਦੇ ਨਾਲ ਇਹਨੂੰ ਮੋੜਾ ਦਿੱਤਾ ਜਾ ਸਕਦਾ। ਬਸ ਜਦੋਂ ਮਨ ਦਾ ਮੋੜਾ ਵੱਜ ਗਿਆ ਨਾ, ਫਿਰ ਹਜ਼ੂਰ ਕਹਿਣਗੇ ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਓ। ਅੱਜ ਮੈਂ ਜੀ ਤੋਂ ਗਾਇਆ, ਇਸ ਕਰਕੇ ਮੈਂ ਮਨ ਇੱਛਤ ਫਲ ਪ੍ਰਾਪਤ ਕਰ ਰਿਹਾ। ਉਹ ਮਨ ਇੱਛਤ ਫਲ ਕੀ? ਅਕਾਲ ਪੁਰਖ ਵਾਹਿਗੁਰੂ ਦੀ ਨੇੜਤਾ, ਉਹਦੇ ਗੁਣ ਤੇ ਉਹਦੇ ਗੁਣਾਂ ਦਾ ਅਹਿਸਾਸ ਮੇਰੇ ਮਨ ਵਿੱਚ ਉਪਜ ਜਾਣਾ। ਇਹੀ ਹੈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਤੇ ਮਨ ਇੱਛਤ ਫਲ। ਜੀ ਕੈ ਸੰਗ ਸਹਾਈ, ਉਹ ਜਿਹੜਾ ਪਰਮੇਸ਼ਰ ਹੈ ਨਾ, ਹੁਣ ਮੈਨੂੰ ਸਾਰੀਆਂ ਥਾਵਾਂ ਤੇ ਵਸਦਾ ਨਜ਼ਰ ਆ ਰਿਹਾ। ਜੀ ਕੈ ਸੰਗ ਸਹਾਈ ਦਾ ਮਤਲਬ ਕੀ ਹੈ? ਹੁਣ ਮੈਂ ਉਸ ਪਰਮਾਤਮਾ ਨੂੰ, ਪਰਮੇਸ਼ਰ ਨੂੰ ਆਪਣੀ ਜਿੰਦ ਨਾਲ ਵਸਦਾ ਹੋਇਆ ਮਹਿਸੂਸ ਕਰਦਾ। ਮੈਨੂੰ ਹਰ ਵੇਲੇ ਇਵੇਂ ਲੱਗਦਾ ਰਹਿੰਦਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਮੈਨੂੰ ਇਵੇਂ ਲੱਗਦਾ ਹਰ ਵੇਲੇ ਵੀ ਉਹ ਪਰਮੇਸ਼ਰ ਜਿਹੜਾ ਨਾ, ਜਲ ਥਲ ਮਈਲ ਪੂਰਿਆ, ਸਵਾਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਉਹ ਸਾਰੀਆਂ ਥਾਵਾਂ ਤੇ ਬਣ ਤਿੰਨ ਪਰਬਤ ਹੈ, ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹ ਦਿਸ਼ੇ ਸਮਾਏ, ਤਿਸਤੇ ਭਿੰਨ ਨਹੀਂ ਕੋਠਾਂ। ਕਿਹੜੀ ਚੀਜ਼ ਇੱਥੇ ਉਹ ਨੇ? ਜੀ ਕੇ ਸੰਗ ਸਹਾਈ, ਸਾਰੀਆਂ ਥਾਵਾਂ ਤੇ। ਤੋ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਬੰਦ ਵਿੱਚ ਕਹਿੰਦੇ ਨੇ
ਗੁਰ ਪੂਰੇ ਚਰਨੀ ਲਾਇਆ। ਪੂਰੇ ਗੁਰੂ ਨੇ ਜਦੋਂ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ। ਚਰਨ ਦਾ ਭਾਵ ਕੀ ਹੈ? ਸ਼ਬਦ। ਬਾਣੀ ਚੋਂ ਪ੍ਰਮਾਣ ਪੜ੍ਹਦੇ ਹਾਂ ਅਸੀਂ, ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਪਾਲ ਮਤਲਬ ਪੱਲੇ ਨਾਲ, ਅੰਚਲ ਨਾਲ ਲਾ ਲੈਣਾ, ਗੰਢਦੇ ਰਹਿਣ। ਗੁਰੂ ਦਾ ਚਰਨ ਗੁਰੂ ਦਾ ਸ਼ਬਦ ਹੀ ਹੈ। ਸ਼ਬਦ ਤੋਂ ਇੱਧਰ ਉੱਧਰ ਜਾ ਕੇ ਦੂਜੇ ਚਰਨਾਂ ਦੀ ਗੱਲ ਮਹਾਰਾਜ ਨੇ ਬਾਣੀ 'ਚ ਨਹੀਂ ਕੀਤੀ। ਤੋ ਸਾਹਿਬ ਨੇ ਆਖਿਆ ਪੂਰੇ ਗੁਰੂ ਨੇ ਜਦੋਂ ਮੈਨੂੰ ਆਪਣੇ ਸ਼ਬਦ ਨਾਲ ਜੋੜ ਲਿਆ, ਫਿਰ ਕੀ ਹੋਇਆ? ਹਰ ਸੰਗ ਸਹਾਈ ਪਾਇਆ। ਅਗਲੀ ਕਰਾਮਾਤ ਸ਼ਬਦ ਨੇ ਮੇਰੇ ਜੀਵਨ 'ਚ ਵਰਤਾਈ। ਉਹ ਕਰਾਮਾਤ ਕੀ ਸੀ? ਸ਼ਬਦ ਨੇ ਦੱਸਿਆ ਵੀ ਰੱਬ ਕਿੱਥੇ ਰਹਿੰਦਾ। ਮੈਂ ਪਰਮੇਸ਼ਰ ਨੂੰ, ਮੈਂ ਰੱਬ ਨੂੰ ਇੱਕ ਬਿਲਡਿੰਗ ਦੇ ਦਾਇਰੇ ਵਿੱਚ ਵਲਗਣ ਵਿੱਚ ਸਮਝ ਕੇ ਬੈਠਾ ਸੀ ਵੀ ਇਸ ਦਾਇਰੇ ਵਿੱਚ ਹੀ ਰੱਬ ਹੈ, ਇਹ ਗੁਰੂ ਦਾ ਘਰ ਹੈ ਤੇ ਗੁਰੂ ਇੱਥੇ ਹੀ ਹੈ, ਇਹ ਤੋਂ ਬਾਹਰ ਨਹੀਂ ਹੈਗਾ। ਪਰ ਸ਼ਬਦ ਨੇ ਮੈਨੂੰ ਕੀ ਸਮਝਾਇਆ? ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ, ਰੱਬ ਸਾਰੀਆਂ ਥਾਵਾਂ ਤੇ। ਸ਼ਬਦ ਨੇ ਮੈਨੂੰ ਸਮਝਾਇਆ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਤੇਰੇ ਨਾਲ ਹੈ ਉਹ। ਸ਼ਬਦ ਨੇ ਮੈਨੂੰ ਆਖਿਆ ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ। ਆਖਿਆ ਰੱਬ ਤੇਰੇ ਨਾਲ ਹੀ ਹੈ, ਪਰ ਤੇਰੇ ਅੰਦਰ ਜਿਹੜੀ ਭਰਮ ਦੀ ਮੈਲ ਤੇ ਕਾਈ ਜੰਮ ਗਈ ਹੈ ਨਾ, ਉਸ ਕਾਈ ਨੂੰ ਖੁਰਚੇ ਤੋਂ ਬਿਨਾ ਰੱਬ ਨਹੀਂ ਦਿਸਣਾ। ਤੈਨੂੰ ਭੁਲਾਉਣੀ ਪਏਗੀ, ਭੁਲਾਉਣੀ ਪਏਗੀ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸ਼ਬਦ ਨੇ ਕੀ ਕੀਤਾ? ਸ਼ਬਦ ਨੇ ਇਹ ਕਰਾਮਾਤ ਦਿਖਲਾਈ ਵੀ ਹਰ ਸੰਗ ਸਹਾਈ ਪਾਇਆ। ਹੁਣ ਜੀਵਨ ਇੰਨਾ ਸੋਹਣਾ ਹੋ ਗਿਆ, ਜਹ ਜਾਈਏ ਤਾਂ ਮੈਂ ਜਿੱਥੇ ਵੀ ਜਾਣਾ ਨਾ ਮੈਨੂੰ ਸੁੱਖ ਹੀ ਸੁੱਖ ਲੱਗਦਾ। ਕਿਉਂਕਿ ਮੈਨੂੰ ਹੁਣ ਸਾਰਿਆਂ ਚੋਂ ਰੱਬ, ਪਹਿਲਾਂ ਮੈਨੂੰ ਕੀ ਸੀ? ਮੈਂ ਉਹਨੂੰ ਵੇਖਦਾ ਸੀ ਤੇ ਮੇਰੇ ਮੱਥੇ ਵੱਟ ਪੈ ਜਾਂਦਾ ਸੀ ਵੀ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਆਪਣਾ ਹੈ, ਇਹ ਬਗਾਨਾ ਹੈ, ਇਹ ਦੁਸ਼ਮਣ ਹੈ ਤੇ ਮਿੱਤਰ ਹੈ। ਪਹਿਲਾਂ ਮੈਂ ਵਿਤਕਰੇ ਦੀ ਦੁਨੀਆ ਵਿੱਚ ਜੀ ਰਿਹਾ ਸੀ, ਹੁਣ ਮੈਨੂੰ ਸਾਰੇ ਆਪਣੇ ਲੱਗਦੇ ਆ। ਇਸ ਕਰਕੇ ਮੈਂ ਜਿੱਥੇ ਵੀ ਜਾਣਾ ਪਰਮੇਸ਼ਰ ਦੀ ਹੋਂਦ ਨੂੰ ਆਪਣੇ ਨਾਲ ਮਹਿਸੂਸ ਕਰਦਾ ਤੇ ਮੈਨੂੰ ਐਵੇਂ ਲੱਗਦਾ ਜਿਵੇਂ ਬੜਾ ਸੁਖੀ ਹੋ ਗਿਆ ਹਾਂ। ਜਹ ਜਾਈਏ ਤਾਂ ਸੁਹੇਲੇ, ਸੁਖੀ ਜੀਵਨ ਦਾ ਮਾਲਕ। ਸੁਹੇਲੇ ਦਾ ਮਤਲਬ ਸੁਖੀ ਹੋਣਾ। ਜਿਵੇਂ ਅਸੀਂ ਪੜ੍ਹਦੇ ਆ ਨਾ, ਇਹ ਲੋਕ ਸੁਖੀ ਹੈ ਪਰਲੋਕ, ਸੁਹੇਲੇ ਦਾ ਮਤਲਬ ਸੁਖੀ ਹੁੰਦਾ। ਜਹ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ। ਗੁਰੂ ਨੇ ਕਿਰਪਾ ਕਰਕੇ ਮੇਰਾ ਮਿਲਾਪ ਪਰਮੇਸ਼ਰ ਦੇ ਨਾਲ ਕਰਾਤਾ। ਹੁਣ ਪਰਮੇਸ਼ਰ ਨਾਲੋਂ ਮੇਰੀ ਦੂਰੀ ਮਿਟ ਗਈ। ਤਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੂਜੇ ਬੰਦ ਵਿੱਚ ਕਹਿੰਦੇ ਨੇ, ਨਾਰਾਇਣ ਪ੍ਰਾਣ ਆਧਾਰਾ, ਪਰਮੇਸ਼ਰ ਮੇਰੇ ਜੀਵਨ ਦਾ ਆਸਰਾ ਹੈ। ਹੁਣ ਵੇਖੋ ਨਾ, ਜੀਵਨ ਵੱਖਰੇ ਵੱਖਰੇ ਨੇ। ਜਿਵੇਂ ਆਪਾਂ ਅਕਸਰ ਗੱਲ ਕਰਦੇ ਵੀ ਗੁਰਬਾਣੀ ਨੇ 3 ਤਰੀਕੇ ਦਾ ਜੀਵਨ ਤੇ 3 ਤਰੀਕਿਆਂ ਦੀ ਮੌਤ ਮੰਨੀ। ਤੋ ਜਿਹੜਾ ਹੈ ਔਗਣਾ ਵਾਲਾ ਜੀਵਨ, ਉਸ ਜੀਵਨ ਦਾ ਆਧਾਰ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦਾ ਆਧਾਰ ਇਹ ਹੈ। ਤੇ ਜਿਹੜਾ ਜੀਵਨ ਹੈ ਫਿਜ਼ੀਕਲੀ ਜੀਵਨ, ਹੁਣ ਅਸੀਂ ਜੀ ਰਹੇ ਹਾਂ, ਇਹਦਾ ਆਧਾਰ ਕੀ ਹੈ? ਸਾਹ ਲੈਣਾ। ਇਹਨੂੰ ਆਖਿਆ ਨਾ ਪਵਨ ਆਰੰਭ ਸਤਿਗੁਰ ਮਤ ਵੇਲਾ। ਇਸ ਜੀਵਨ ਦਾ ਬੇਸ ਕੀ ਹੈ? ਸਾਹ, ਆਕਸੀਜਨ, ਇਹ ਤੇ ਚੱਲ ਰਿਹਾ। ਤੇ ਜਿਹੜਾ ਜੀਵਨ ਹੈ ਗੁਰਮਤ ਵਾਲਾ ਜੀਵਨ, ਜਿਹਨੂੰ ਆਖਿਆ ਸਤਿਗੁਰ ਕੇ ਜਨਮੇ ਗਵਨ ਮਿਟਾਇਆ, ਉਸ ਜੀਵਨ ਦਾ ਬੇਸ ਕੀ ਹੈ? ਪਰਮੇਸ਼ਰੀ ਗੁਣ। ਹੁਣ ਇਸ ਐਂਗਲ ਤੋਂ ਆਣ ਕੇ ਇਸ ਪੰਕਤੀ ਦੀ ਅਰਥ ਕਰੋ, ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਪਰਮੇਸ਼ਰ ਨੂੰ ਮਨਜ਼ੂਰ ਹੋ ਜਾਏ ਨਾ, ਤੇ ਜਿਹੜਾ ਜੀਵਨ ਅਸੀਂ ਔਗਣਾ ਦੇ ਬੇਸ ਤੇ ਜੀ ਰਹੇ ਸਾਂ, ਗੁਰੂ ਔਗਣਾ ਤੋਂ ਪਲਟਾ ਮਾਰ ਕੇ ਸਾਨੂੰ ਗੁਣਾ ਵਾਲੇ ਬੰਨੇ ਜੀਂਦਾ ਕਰ ਦਿੰਦਾ। ਪਰਮੇਸ਼ਰ ਚਾਹੇ ਤੇ ਉਹ ਜੀਵਨ ਜਿਹਦਾ ਬੇਸ ਔਗਣ ਸੀ, ਗੁਰੂ ਉਸ ਬੇਸ ਨੂੰ ਹਿਲਾ ਕੇ ਤੋੜ ਵੀ ਦਿੰਦਾ, ਤੇ ਅਸੀਂ ਫਿਰ ਉਸ ਬੇਸ ਤੋਂ ਬਿਨਾਂ ਵੀ ਜੀਣਾ ਸ਼ੁਰੂ ਕਰ ਦਿੰਦੇ ਹਾਂ। ਕਿਉਂਕਿ ਹੁਣ ਅਸੀਂ ਔਗਣਾ ਵਾਲੇ ਬੰਨਿਓ ਮਰ ਕੇ ਤੇ ਸ਼ਬਦ ਵਾਲੇ ਬੰਨੇ ਜੀ ਪਏ। ਪ੍ਰਭ ਭਾਵੇ ਬਿਨ ਸਾਸ ਤੇ ਰੱਖ ਕੇ। ਉਦੋਂ ਸਾਡੇ ਸਾਹ ਕਿਹੜੇ ਸੀ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਗੁਰੂ ਨੇ ਉਹ ਸਾਹ ਤੋੜ ਕੇ ਤੇ ਨਵੇਂ ਸਾਹ ਦਿੱਤੇ। ਉਹ ਕੀ ਸੀ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਇਹਨੂੰ ਆਖਿਆ ਨਾ ਸ਼ਬਦ ਮਰੋ ਫਿਰ ਜੀਵੋ ਸਦਹੀ। ਇਹਨੂੰ ਹੀ ਆਖਿਆ ਪਹਿਲਾਂ ਮਰਨ ਕਬੂਲ ਜੀਵਨ ਕੀ ਸਾਡਾਸ। ਇੱਕ ਨਵਾਂ ਜੀਵਨ, ਉਹ ਸਾਹ ਖਤਮ ਕਰਕੇ ਤੇ ਇੱਕ ਨਵੇਂ ਸਾਹ ਗੁਰੂ ਨੇ ਆਖਿਆ ਆ ਲੈ, ਇਹ ਜੀਵਨ ਜੀ ਕੇ ਵੇਖ, ਤੈਨੂੰ ਆਪਣੇ ਮਨੁੱਖ ਹੋਣ ਦੇ ਉੱਤੇ ਮਾਣ ਮਹਿਸੂਸ ਹੋਏਗਾ। ਤੋ ਸਾਹਿਬ ਨੇ ਆਖਿਆ ਨਾਰਾਇਣ ਪ੍ਰਾਣ ਆਧਾਰਾ, ਪਰਮੇਸ਼ਰ ਮੇਰੇ ਜੀਵਨ ਦਾ ਆਸਰਾ ਹੈ। ਇਹ ਜਿਹੜਾ ਜੀਵਨ ਮੈਂ ਜੀ ਰਿਹਾ ਨਾ, ਇਹ ਉਹਦੀ ਦੇਣ ਹੈ। ਹਮ ਸੰਤ ਜਨਾ ਦੇ ਨਾਰਾ,
मैं सतसंगियां दे चरनां दी धूड़ हां, यानी कि अदब दे विच रह के, निमरता दे विच रह के, मैं संगत विच बह के ते सतसंगियां दे कोलों गुरु दे शब्द नूं ग्रहण करदा, गुरु दा उपदेश, गुरु दी सिੱਖਿਆ ਨੂੰ ग्रहण करदा। गुरु दी संगत विच किन्नी ताकत है। हजूर ने आख्या पतित पुनीत कर लेने। ਜਦੋਂ ਅਸੀਂ ਸੰਗਤ ਵਿੱਚ ਬਹਿੰਦੇ ਹਾਂ, ਗੁਰੂ ਵਿਸ਼ਿਆਂ ਵਿਕਾਰਾਂ 'ਚ ਡਿੱਗਿਆ ਹੋਇਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ। ਸੰਗਤ ਦੀ ਮਹਾਨਤਾ ਗੁਰੂ ਅਰਜਨ ਸਾਹਿਬ ਦ੍ਰਿੜ ਕਰਨਗੇ ਤੇ ਕੀ ਕਹਿਣਗੇ? ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤਿਰਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕੀ ਮਹਿਮਾ ਹੈ ਸੰਗਤ ਦੀ? ਆਖਿਆ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ। ਮੈਲ ਵੀ ਰੱਤ ਗਈ ਤੇ ਕਰੋੜਾਂ ਪਾਪ ਵੀ ਖਤਮ ਹੋ ਗਏ। ਅਗ ਦਾ ਮਤਲਬ ਹੈ ਪਾਪ। ਤੋ ਸਾਹਿਬ ਨੇ ਆਖਿਆ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀ। ਉਹਨੇ ਕਿਰਪਾ ਕੀਤੀ, ਰਹਿਮਤ ਕੀਤੀ, ਬਖਸ਼ਿਸ਼ ਕੀਤੀ ਤੇ ਮੇਰੀ ਝੋਲੀ ਵਿੱਚ ਹਰੀ ਪਰਮੇਸ਼ਰ ਦਾ ਜਸ ਪਾ ਦਿੱਤਾ। ਸਾਹਿਬ ਕਹਿਣ ਲੱਗੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਦ ਜੀ ਸੰਗ। ਜਿਹਦੀ ਉਹ ਪ੍ਰਤਪਾਲਨਾ ਕਰਦਾ ਨਾ, ਫਿਰ ਆਖਿਆ ਉਹਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ, ਹਰ ਵੇਲੇ ਰਖਵਾਲਾ ਬਣ ਕੇ ਰਹਿੰਦਾ। ਐਵੇਂ ਥੋੜਾ ਭਗਤਾਂ ਨੇ ਤੇ ਮਹਾਨ ਪੁਰਖਾਂ ਨੇ ਬਾਣੀ ਚ ਆਖਿਆ ਰਖਵਾਲਾ ਗੋਬਿੰਦ ਰਾਏ ਭਗਤਨ ਕੀ ਆਸ, ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ। ਔਰ ਜਦੋਂ ਰਖਵਾਲਾ ਬਣ ਜਾਏ ਨਾ, ਫਿਰ ਅਵਸਥਾ ਇਹ ਹੁੰਦੀ ਵੀ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਉਹ ਜਿਹੜੀ ਰਾਮਕਾਰ ਹੈ ਨਾ, ਉਸ ਰਾਮਕਾਰ ਨੂੰ ਸਮਝਣ ਦੀ ਲੋੜ ਹੈ ਸਾਨੂੰ ਵੀ ਗੁਰੂ ਕਿਵੇਂ ਸਾਡੀ ਜਿੰਦ ਦਾ ਮਦਦਗਾਰ ਬਣ ਕੇ ਸਾਡੇ ਦੁਆਲੇ ਆਣ ਕੇ ਖਲੋ ਜਾਂਦਾ ਤੇ ਉਹ ਸਾਨੂੰ ਇਹ ਕਹਿੰਦਾ ਵੀ ਮੈਨੂੰ ਆਪਣੀ ਪਿੱਠ ਤੇ ਖਲੋਤਾ ਮਹਿਸੂਸ ਕਰੀ। ਜੇ ਤੂੰ ਗੁਰਮੁਖ ਬਣ ਕੇ ਜੀਣਾ ਚਾਹੁੰਦਾ ਤੇ ਮੈਨੂੰ ਆਪਣੀ ਪਿੱਠ ਤੇ ਖਲੋਤਾ ਮਹਿਸੂਸ ਕਰੇਗਾ। ਸਾਹਿਬ ਨੇ ਆਖਿਆ ਹਰ ਦਿਨ ਰੈਣ ਕੀਰਤਨ ਗਾਈਏ, ਰਾਤ ਤੇ ਦਿਨ ਹਰ ਵੇਲੇ ਉਹਦੀ ਕੀਰਤੀ ਗਾਉਣੀ ਚਾਹੀਦੀ ਹੈ। ਬਹੁੜ ਨਾ ਜੋਨੀ ਪਾਈਏ, ਫਿਰ ਅਸੀਂ ਭਟਕਣਾ ਤੋਂ ਮੁਕਤ ਹੋ ਜਾਂਦੇ ਹਾਂ। ਜੀਵਨ ਜੀਂਦਿਆਂ ਜੀਂਦਿਆਂ ਅਸੀਂ ਜਿਸ ਕੁਰਾਏ ਪੈ ਕੇ ਤੇ ਆਪਣੇ ਮਾਰਗ ਤੋਂ ਭਟਕ ਚੁੱਕੇ ਸਾਂ ਨਾ, ਉਸ ਭਟਕਣਾ ਤੋਂ ਮੁਕਤ ਹੋ ਕੇ ਫਿਰ ਅਸੀਂ ਨਿਜ ਘਰ ਵਿੱਚ ਆ ਜਾਂਦੇ। ਬਹੁੜ ਨਾ ਜੋਨੀ ਪਾਈਏ, ਆਖਿਆ ਜਿਸ ਦੇਵੇ ਪੁਰਖ ਵਿਧਾਤਾ ਹਰ ਰਸ। ਇਹ ਹਰੀ ਰਸ ਜਿਹਨੂੰ ਦਿੰਦਾ ਨਾ, ਬਖਸ਼ਿਸ਼ ਕਰਕੇ ਦਿੰਦਾ, ਬਸ ਫਿਰ ਉਹੀ ਪ੍ਰਾਪਤ ਕਰ ਸਕਦੇ। ਤੇ ਸਾਹਿਬ ਨੇ ਆਖਿਆ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ। ਜਿਹੜੇ ਉਹਦੀ ਸ਼ਰਨ ਵਿੱਚ, ਉਹਦੀਆਂ ਬਰੂਹਾਂ ਤੇ, ਉਹਦੀ ਸਰਦਲ ਤੇ ਆਣ ਕੇ ਚੁੱਕੇ ਕਹਿੰਦੇ ਨੇ ਮਾਲਕਾ ਅਸੀਂ ਤੇਰੇ ਦਰ ਤੇ ਆ, ਤੇ ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਫਿਰ ਉਹ ਪਰਮੇਸ਼ਰ ਜਿਹੜਾ ਉਹਨਾਂ ਨੂੰ ਪੰਜਾਂ ਵਿਸ਼ਿਆਂ ਵਿਕਾਰਾਂ ਤੋਂ, ਚਮਕੰਕਰਾਂ ਤੋਂ, ਜਮਾਂ ਦੀ ਮਾਰ ਤੋਂ ਬਚਾ ਕੇ ਆਪਣੀ ਚਰਨ ਸ਼ਰਨ ਵਿੱਚ ਢੋਈ ਦੇ ਦਿੰਦਾ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਅਵਸਥਾ ਤੇ ਪਹੁੰਚਣ ਲਈ ਖਾਸ ਹਦਾਇਤ ਕਰਦਿਆਂ ਸਾਨੂੰ ਰਹਾਉ ਦੇ ਬੰਦ ਵਿੱਚ ਆਖਿਆ ਵਿਸ਼ਿਆਂ ਤੇ ਵਿਕਾਰਾਂ ਦੀ, ਜਮਾਂ ਦੀ ਮਾਰ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ, ਉਹ ਹੈ ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ। ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ। ਪਾਵਨ ਮੁੱਖ ਵਾਕ ਦੀ ਵਿਚਾਰ ਦੀ ਸਾਂਝ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਣਯੋਗ ਹਨ, ਬਖਸ਼ ਲੈਣਗੇ। ਸਭਨਾਂ ਦਾ ਧੰਨਵਾਦ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਸਨ, ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜ ਰਹੇ ਸਨ, ਬਹੁਤ ਧੰਨਵਾਦ ਹੈ। ਸੋ ਆਓ ਹੁਣ ਕੀਰਤਨ ਸਰਵਣ ਕਰਦੇ ਹਾਂ। ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਜਲੰਧਰ ਵਾਲੇ, ਜੋ ਤਕਰੀਬਨ ਆਪਣੇ ਕੋਲ 3 ਹਫ਼ਤੇ ਲਈ ਹੋਰ ਸੇਵਾ ਨਿਭਾਉਣਗੇ, ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹੇ मन में चितवां चितवनी उदम करूं उठनी हर कीर्तन का हर देहो नानक के गुरपूरे चरनी लाया हर संग सहाई पाया कबीर सुर्ग नरक ते मैं रहो सतगुर कै प्रसाद चरण कमल की मौज में राहों अंत गुरपूरे चरनी लाया हर संग सहाई पाया हर संग सहाई पाया गुरपूरे चरनी लाया हर संग सहाई पाया हर संग सहाई पाया हर संग सहाई पाया जहाँ जाइए तहाँ सुहेले जह जाइए तहाँ सुहेले कर कृपा प्रभ मेले कर कृपा प्रभ मेले कर कृपा प्रभ मेले कर कृपा प्रभ मेले गुरपूरे चरनी लाया हर संग सहाई पाया हर संग सहाई पाया हर संग सहाई पाया हर गुण गावो सदा सुपाई हर गुण गावो सदा सुपाई मन चिंदे सकले पल पावो जी के संग सहाई जी के सहाई जी के संग सहाई जी के संग सहाई गुरपूरे चरनी लाया हर संग सहाई पाया गुरपूरे चरनी लाया हर संग पाया
ਹਰ ਸੰਗ ਸਹਾਈ ਪਾਇਆ, ਸਹਾਈ ਪਾਇਆ। नारायण प्राण आधारा, नारायण प्राण आधारा। हम संत जना रे नारा, हम संत जना रे नारा। पतत पुनीत कर लीने, कर कृपा हर जस दीने। पतत पुनीत कर लीने, कर कृपा हर जस दीने। कर कृपा हर जस दीने, कर कृपा हर जस दीने। गुरु पूरै चरनी लाया, हर संग सहाई पाया। गुरु पूरै चरनी लाया, हर संग सहाई पाया। हर संग सहाई पाया, सहाई पाया। गुरु पूरै चरनी लाया, पार ब्रह्म करे प्रतिपाला, सद जी संग रखवाला। पार ब्रह्म करे प्रतिपाला, सद जी संग रखवाला। सद जी रखवाला। हर दिन रैन कीर्तन गाइए, बोड़ न जोनी पाइए। हर दिन रैन कीर्तन गाइए, बोड़ न जोनी पाइए। बोड़ न जोनी पाइए, बोड़ न जोनी पाइए। बोड़ न जोनी पाइए। पूरे चरनी लाया, हर संग सहाई पाया। हर संग सहाई पाया, हर संग सहाई पाया। सहाई पाया। गुरु पूरै चरनी लाया, हर संग सहाई पाया। गुरु पूरै चरनी लाया, हर संग सहाई पाया। हर संग सहाई पाया, हर संग सहाई पाया।
जिस देवै पुरख विदाता हर रस तिन्हि जाता। जिस देवै पुरख विदाता हर रस तिन्हि जाता। हर रस तिन्हि जाता। जम कंकर नेड़ न आया सुख नानक शरणी पाया। सुख नानक शरणी पाया। जम कंकर नेड़ न आया सुख नानक शरणी पाया। सुख नानक शरणी पाया। सुख नानक शरणी पाया। सुख नानक शरणी पाया। गुरपुरै चरणी लाया हर संग सहाई पाया। गुरपुरै चरणी लाया हर संग सहाई पाया। हर संग सहाई पाया। सहाई पाया। हर संग सहाई पाया। हर संग सहाई पाया। हर संग सहाई पाया। हर संग सहाई पाया। गुरपुरै चरनी लाया हर संग सहाई पाया। सतगुर चरण कमल मकरंद रज लुभत होए मन मधुकर लपटाने हैं। सतगुर चरण कमल मकरंद रज लुभत होए मन मधुकर लपटाने हैं। लुभत होए मन मधुकर लपटाने हैं। सतगुर चरण कमल मकरंद रज अमृत निदान पान ऐनिस रसक होए। अमृत निदान पान ऐनिस रसक होए। अत उन्मान ज्ञान बिसराने हैं। अत उन्मान ज्ञान बिसराने हैं। सतगुर चरण कमल मकरंद रज लुभत होए मन मधुकर लपटाने हैं। सतगुर चरण कमल मकरंद रज सहज स्नेह विषम विदेरू। सहज स्नेह विषम विदेरू।
स्वात बूंद गत सीप संपट समाने हैं। स्वात बूंद गत सीप संकट समाने हैं। सतगुर चरण कमल मकरंद रज लुगत होए मन मद कर लपटाने हैं। सतगुर चरण कमल मकरंद रज लुगत होए मन मद कर लपटाने हैं। चरण शरण सुख सागर कटाश कर। चरण शरण सुख सागर कटाश कर। मुक्त महात हुए अनूप रूप ठाने हैं। मुक्ता महात होए अनूप रूप ठाने हैं। सतगुर चरण कमल मकरंद रज लुगत होए मन मद कर लपटाने हैं। सतगुर चरण कमल मकरंद रज लुगत होए मन मद कर लपटाने हैं। लुगत होए मन मत कर लपटाने हैं। मन मत कर लपटाने हैं। माई प्रभ के चरण निहारो। माई प्रभ के चरण निहारो। प्रभ के चरण निहारो। करो अनुग्रह स्वामी मेरे मन ते कबहू न डरो। करो अनुग्रह स्वामी मेरे मन ते कबहू न डरो। प्रभु के चरण निहारो। प्रभु के माई प्रभु के चरण निहारो। चरण निहारो। प्रभु के निहारो। साधु तूर लाई मुख मस्तक काम क्रोध बिख जारो। साधु
मुख मस्तक काम क्रोध बिख जारो सब ते नीच आत्म कर मानो मन में ए सुख धारो सब ते नीच आत्म कर मानो मन ते ए सुख धारो प्रभ के चरण निहारो प्रभ के चरण निहारो माई प्रभ के चरण निहारो प्रभ के चरण निहारो गुण गावे ठाकुर अबनासी कलमल सगले चारो गुण गावे ठाकुर अबनासी कलमल सगले चारो कलमल सगले चारो प्रभ के चरण निहारो प्रभ के चरण निहारो माई प्रभ के चरण निहारो प्रभ के चरण निहारो करो अनुग्रह स्वामी मेरे मन ते कबहू न डारो करो अनुग्रह स्वामी मेरे मन ते कबहू न डारो प्रभ के चरण निहारो प्रभ के चरण निहारो माई प्रभ के प्रभ के चरण निहारो नाम निदान नानक दान पावो कंठ लाए उर्धारो नाम निदान नानक दान पावो कंठ लाए उर्धारो कंठ लाए उर्धारो प्रभ के चरण निहारो प्रभ के चरण निहारो माई प्रभ के चरण निहारो 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 माई माई
प्रभ के चरण निहारो। गावो सिख सतगुर के प्यारे, गावो सच्ची बाणी, गावो